ਸਤਿ ਸ਼੍ਰੀ ਅਕਾਲ। HSN ਟੀਵੀ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲਾ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਆਈਆਂ ਖਾਸ ਖਬਰਾਂ ਤੇ। ਅਮਰੀਕਾ ਦੀ ਰਿਹਾਈ ਦੇ ਬਾਰੇ ਰੂਸ ਦੇ ਵਿਦੇਸ਼ ਮੰਤਰੀ ਦੇ ਨਾਲ ਕੀਤੀ ਗੱਲਬਾਤ, ਕਿਹਾ ਬਲਿੰਕਨ ਨੇ। ਕੋਰੋਨਾ ਦੇ ਐਮੀਕਰੋਨ ਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੇ ਟੀਕੇ ਦੇ ਲਈ ਅਮਰੀਕਾ ਨੇ ਮੋਡਰਨਾ ਦੇ ਨਾਲ ਕੀਤਾ ਕਰਾਰ। ਰੂਸ ਨੇ ਚੀਨ ਦੇ ਪ੍ਰਤੀ ਭੜਕਾਊ ਕਦਮਾਂ ਦੇ ਵਿਰੁੱਧ ਅਮਰੀਕਾ ਨੂੰ ਦਿੱਤੀ ਚੇਤਾਵਨੀ। ਸ਼ੂਟਿੰਗ ਤੇ ਛੁਰੇਬਾਜ਼ੀ ਦੇ ਵਿੱਚ 2 ਜ਼ਖਮੀ, 1 ਕਾਬੂ। ਭਾਜਪਾ ਆਗੂ ਆਰਪੀ ਸਿੰਘ ਨੇ ਆਬਕਾਰੀ ਨੀਤੀ ਨੂੰ ਲੈ ਕੇ ਕੇਜਰੀਵਾਲ ਤੇ ਵਿਨਿਆ ਨਿਸ਼ਾਨਾ। ਫਰੀਦਕੋਟ ਹਸਪਤਾਲ ਦਾ ਹਾਲ ਵੇਖ ਫੁੱਟਿਆ ਮੰਤਰੀ ਜੋੜ ਮਾਜਰਾ ਦਾ ਗੁੱਸਾ, ਫਟੇ ਗੰਦੇ ਗੱਦੀਆਂ ਤੇ ਲਟਾਇਆ ਵੀਸੀ। ਮਾਮਲਾ ਟੋਲ ਪਲਾਜ਼ਾ ਤੇ ਬੱਸ ਕੰਡਕਟਰ ਦੀ ਮਾਰਕੁਟਾਈ ਦਾ ਪੀਆਰਟੀਸੀ ਧਰਨਾਕਾਰੀਆਂ ਨੇ ਧਾਰਨਾ ਵਧਾਉਣ ਦੀ ਰੱਖੀ ਮੰਗ। ਅਫਗਾਨਿਸਤਾਨ ਦੇ ਕਾਬੁਲ ਕ੍ਰਿਕਟ ਸਟੇਡੀਅਮ ਦੇ ਵਿੱਚ ਧਮਾਕਾ, ਬੰਕਰ ਦੇ ਅੰਦਰ ਲਿਜਾਏ ਗਏ ਖਿਡਾਰੀ। ਮੁਹੱਲਾ ਕਲੀਨਿਕ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਲਈ MBBS ਡਾਕਟਰਾਂ ਦੇ ਵਿੱਚ ਲੱਗੀ ਦੌੜ, 2100 ਤੋਂ ਵੱਧ ਨੇ ਕੀਤਾ ਅਪਲਾਈ। ਗ੍ਰਹਿ ਮੰਤਰੀ ਸ਼ਾਹ ਦਾ ਚੰਡੀਗੜ੍ਹ ਦੌਰਾ, ਅੱਜ 3 ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਕਰਨਗੇ ਬੈਠਕ। ਲਗਾਤਾਰ ਵਾਪਰ ਰਹੇ ਹਾਦਸੇ ਦੇ ਮੱਦੇਨਜ਼ਰ MiG-21 ਨੂੰ ਲੈ ਕੇ ਹਵਾਈ ਫੌਜ ਨੇ ਲਿਆ ਵੱਡਾ ਫੈਸਲਾ। ਚੀਨੀ ਫੌਜੀਆਂ ਦੇ ਮਰਨ ਦੀ ਜਾਣਕਾਰੀ ਨਹੀਂ ਦੇਣਾ ਫੌਜ ਦਾ ਸਹੀ ਫੈਸਲਾ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਹਨਾਂ ਨੇ ਸ਼ੁੱਕਰਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਨਾਲ ਫੋਨ ਤੇ ਗੱਲਬਾਤ ਕਰ ਰੂਸ ਦੇ ਵਿੱਚ ਹਿਰਾਸਤ ਦੇ ਵਿੱਚ ਲਏ ਗਏ 2 ਅਮਰੀਕੀਆਂ ਦੀ ਰਿਹਾਈ ਦੇ ਨਾਲ ਸੰਬੰਧਿਤ ਅਮਰੀਕਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਫਰਵਰੀ ਦੇ ਵਿੱਚ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਬਲਿੰਕਨ ਦੀ ਆਪਣੀ ਰੂਸੀ ਹਮਰੁਤਬਾ ਦੇ ਨਾਲ ਇਹ ਪਹਿਲੀ ਮੁਲਾਕਾਤ ਹੈ। ਬਲਿੰਕਨ ਨੇ ਲਾਵਰੋਵ ਦੀ ਪ੍ਰਤੀਕਿਰਿਆ ਦੇ ਬਾਰੇ ਦੇ ਵਿੱਚ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਬਲਿੰਕਨ ਨੇ ਕਿਹਾ ਸੀ ਕਿ ਅਮਰੀਕਾ ਨੇ ਆਪਣੇ 2 ਨਾਗਰਿਕ ਪਾਲ ਵਿਲਨ ਅਤੇ WNBA ਸਟਾਰ ਬ੍ਰਿਟਨੀ ਗ੍ਰੀਨਰ ਦੀ ਰਿਹਾਈ ਦੇ ਲਈ ਰੂਸ ਦੇ ਸਾਹਮਣੇ ਪ੍ਰਸਤਾਵ ਰੱਖਿਆ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਅਮਰੀਕਾ ਰੂਸੀ ਹਥਿਆਰ ਡੀਲਰ ਵਿਕਟਰ ਬਰਾਊਟ ਦੇ ਬਦਲੇ ਵਿਲਨ ਅਤੇ ਗ੍ਰੀਨਰ ਦੀ ਰਿਹਾਈ ਚਾਹੁੰਦਾ ਹੈ। ਉਧਰ ਵਾਸ਼ਿੰਗਟਨ ਦੇ ਵਿੱਚ ਅਮਰੀਕੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਕੋਰੋਨਾ ਦੇ ਜ਼ਿਆਦਾਤਰ ਇਨਫੈਕਸ਼ਨ ਐਮੀਕਰੋਨ ਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੇ ਮੋਡਰਨਾ ਦੀ ਅਗਲੀ ਪੀੜ੍ਹੀ ਦੇ ਟੀਕੇ ਦੀ 6.6 ਕਰੋੜ ਖੁਰਾਕਾਂ ਖਰੀਦਣ ਦੇ ਲਈ ਇਸ ਕੰਪਨੀ ਦੇ ਨਾਲ ਇੱਕ ਕਰਾਰ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸੰਘੀ ਸਰਕਾਰ ਦੇ ਦਵਾਈ ਨਿਰਮਾਤਾ ਫਾਈਜ਼ਰ ਤੋਂ ਇਸ ਤਰ੍ਹਾਂ ਦੇ ਇਸ ਟੀਕੇ ਦੀਆਂ 10.5 ਕਰੋੜ ਖੁਰਾਕਾਂ ਦਾ ਸਮਝੌਤਾ ਕੀਤਾ ਸੀ। ਅਮਰੀਕਾ ਦੇ ਵਿੱਚ ਕੋਰੋਨਾ ਦਾ ਐਮੀਕਰੋਨ ਵੇਰੀਐਂਟ ਪਿਛਲੇ ਸਾਲ ਦਸੰਬਰ ਤੋਂ ਇਨਫੈਕਸ਼ਨ ਦੇ ਲਈ ਮੁੱਖ ਰੂਪ ਦੇ ਨਾਲ ਜ਼ਿੰਮੇਵਾਰ ਰਿਹਾ ਹੈ। ਹੁਣ BA.5 ਉਪ ਵੇਰੀਐਂਟ ਦੇ ਨਾਲ ਦੇਸ਼ ਦੇ ਵਿੱਚ ਇਨਫੈਕਸ਼ਨ ਦੀ ਵਿਆਪਕ ਲਹਿਰ ਆ ਗਈ ਹੈ। ਹਾਲ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਵੀ ਇਨਫੈਕਟਡ ਹੋਏ ਨੇ। ਸਿਹਤ ਅਤੇ ਮਨੁੱਖੀ ਸੇਵਾ ਮੰਤਰੀ ਜੇਵੀਅਰ ਬੇਸੇਰਾ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਕੋਰੋਨਾ ਵਿਰੁੱਧ ਸਾਡੀ ਲੜਾਈ ਦੇ ਵਿੱਚ ਅਸੀਂ ਸਾਵਧਾਨ ਰਹਿਣ ਅਤੇ ਵਧੀਆ ਟੀਕੇ ਅਤੇ ਇਲਾਜ ਤੱਕ ਅਮਰੀਕੀਆਂ ਨੂੰ ਪਹੁੰਚ ਨੂੰ ਵਧਾਉਣ ਦੀ ਲੋੜ ਹੈ। ਕਰੀਬ 26.1 ਕਰੋੜ ਅਮਰੀਕੀ ਨਾਗਰਿਕਾਂ ਨੂੰ ਕੋਰੋਨਾ ਦੀ ਘੱਟੋ-ਘੱਟ ਇੱਕ ਖੁਰਾਕ ਲੱਗੀ ਹੈ। ਉੱਥੇ ਹੀ ਦੇਸ਼ ਦੇ ਵਿੱਚ 10.8 ਕਰੋੜ ਲੋਕਾਂ ਨੂੰ ਇੱਕ ਬੂਸਟਰ ਖੁਰਾਕ ਦਿੱਤੀ ਗਈ ਹੈ। ਉਧਰ ਤਾਈਵਾਨ ਨੂੰ ਲੈ ਕੇ ਤਣਾਅ ਦੇ ਦਰਮਿਆਨ ਰੂਸ ਨੇ ਚੀਨ ਦਾ ਜ਼ੋਰਦਾਰ ਸਮਰਥਨ ਕਰਦੇ ਹੋਏ ਸ਼ੁੱਕਰਵਾਰ ਨੂੰ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਭੜਕਾਊ ਕਦਮ ਦੇ ਨਾਲ ਹਾਲਾਤ ਵਿਗੜ ਸਕਦੇ ਨੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਫੋਨ ਤੇ ਗੱਲਬਾਤ ਦੇ ਦੌਰਾਨ ਤਾਈਵਾਨ ਦੇ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰਨ ਨੂੰ ਲੈ ਕੇ ਚੇਤਾਵਨੀ ਦਿੱਤੀ। ਇਸ ਦੇ ਬਾਰੇ ਪੁੱਛੇ ਜਾਣ ਤੇ ਰੂਸ ਦੇ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਰੂਸ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਮਰਥਨ ਕਰਦਾ ਹੈ। ਪੇਸਕੋਵ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਕਿਸੇ ਹੋਰ ਦੇਸ਼ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਸਾਰਿਆਂ ਨੂੰ ਮੁਸ਼ਕਲ ਦੇ ਵਿੱਚ ਪਾਵੇ ਜਾਂ ਕੋਈ ਭੜਕਾਊ ਕਦਮ ਚੁੱਕੇ। ਉਹਨਾਂ ਨੇ ਅਮਰੀਕਾ ਨੂੰ ਵਿਨਾਸ਼ਕਾਰੀ ਕਦਮਾਂ ਦੇ ਵਿਰੁੱਧ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਅਜਿਹੇ ਸਮੇਂ ਜਦ ਦੁਨੀਆ ਕਈ ਮੁੱਦਿਆਂ ਦੇ ਨਾਲ ਜੂਝ ਰਹੀ ਹੈ, ਇਸ ਤਰ੍ਹਾਂ ਦੇ ਵਿਵਹਾਰ ਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਸਿਰਫ ਤਣਾਅ ਹੀ ਵਧੇਗਾ। ਪੇਸਕੋਵ ਦੇ ਬਿਆਨ ਦੇ ਨਾਲ ਰੂਸ ਅਤੇ ਚੀਨ ਦੇ ਦਰਮਿਆਨ ਕਰੀਬੀ ਸੰਬੰਧਾਂ ਦੀ ਪੁਸ਼ਟੀ ਹੁੰਦੀ ਹੈ, ਜੋ ਕਿ 24 ਫਰਵਰੀ ਨੂੰ ਯੂਕਰੇਨ ਦੇ ਵਿੱਚ ਰੂਸ ਦੇ ਫੌਜੀਆਂ ਦੇ ਹਮਲੇ ਤੋਂ ਬਾਅਦ ਤੇ ਹੋਰ ਮਜ਼ਬੂਤ ਹੋਏ ਨੇ। ਚੀਨ ਨੇ ਹੁਣ ਤੱਕ ਰੂਸ ਦੀ ਕਾਰਵਾਈ ਦੇ ਨਹੀਂ ਕੀਤੀ, ਸਗੋਂ ਅਮਰੀਕਾ ਅਤੇ ਉੱਤਰ ਐਟਲਾਂਟਿਕ ਸੰਧੀ ਸੰਗਠਨ ਨੇ ਰੂਸ ਨੂੰ ਭੜਕਾਉਣ ਦਾ ਦੋਸ਼ ਲਗਾਇਆ। ਚੀਨੀ ਸਰਕਾਰ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਸ਼ੀ ਅਤੇ ਬਾਈਡਨ ਦਰਮਿਆਨ ਗੱਲਬਾਤ ਦੇ ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਦੀ ਤਾਈਵਾਨ ਦੀ ਪ੍ਰਸਤਾਵਿਤ ਯਾਤਰਾ ਨੂੰ ਲੈ ਕੇ ਹੋਈ ਚਰਚਾ ਹੋਈ ਹੈ। ਉਧਰ ਇਟੋਬੀਕੋ ਦੇ ਵਿੱਚ ਵੀਰਵਾਰ ਰਾਤ ਨੂੰ ਹੋਈ ਬਹਿਸ ਤੋਂ ਬਾਅਦ 2 ਵਿਅਕਤੀ ਜ਼ਖਮੀ ਹੋ ਗਏ, ਇੱਕ ਨੂੰ ਗੋਲੀ ਮਾਰੀ ਗਈ ਤੇ ਦੂਜਾ ਛੁਰੇਬਾਜ਼ੀ ਦੇ ਕਾਰਨ ਜ਼ਖਮੀ ਹੋ ਗਿਆ। ਰੈਕਸਡੇਲ ਮਾਲ ਨੇੜੇ ਪਾਰਕਿੰਗ ਲਾਟ ਦੇ ਵਿੱਚ ਕੁਝ ਲੋਕਾਂ ਦੇ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਰਾਤ 11:20 ਦੇ ਉੱਤੇ ਟੋਰਾਂਟੋ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਮੌਕੇ ਦੇ ਉੱਤੇ ਉਹਨਾਂ ਨੂੰ 2 ਵਿਅਕਤੀ ਜ਼ਖਮੀ ਹਾਲਤ ਦੇ ਵਿੱਚ ਮਿਲੇ ਨੇ ਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇਹ ਸ਼ੂਟਿੰਗ ਤੇ ਛੁਰੇਬਾਜ਼ੀ ਇੰਗਲਿੰਗਟਨ ਐਵਨਿਊ ਅਤੇ ਰੈਕਸਡੇਲ ਬੁਲੇਵਾਰਡ ਇਲਾਕੇ ਦੇ ਵਿੱਚ ਰਿਹਾਇਸ਼ੀ ਏਰੀਆ ਦੇ ਵਿੱਚ ਵਾਪਰੀ ਹੈ। ਇਸ ਸੰਬੰਧ ਦੇ ਵਿੱਚ ਇੱਕ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਗਿਆ। ਉਧਰ ਭਾਜਪਾ ਦੇ ਸੀਨੀਅਰ ਆਗੂ ਤੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਆਬਕਾਰੀ ਨੀਤੀ ਨੂੰ ਲੈ ਕੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਬਿੰਨਿਆ। ਭਾਜਪਾ ਆਗੂ ਆਰਪੀ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਕੱਲ ਤੱਕ ਅਰਵਿੰਦ ਕੇਜਰੀਵਾਲ ਪੁਰਾਣੀ ਆਬਕਾਰੀ ਨੀਤੀ ਨੂੰ ਲੈ ਕੇ ਘਪਲਿਆਂ ਦਾ ਦੋਸ਼ ਲਗਾਉਂਦੇ ਸਨ। ਉਹੀ ਕੇਜਰੀਵਾਲ ਨਵੀਂ ਪਾਲਿਸੀ ਦੇ ਤਹਿਤ ਕਰੋੜਾਂ ਰੁਪਏ ਕਮਾਉਣ ਦੇ ਦੋਸ਼ਾਂ ਦੇ ਵਿੱਚ ਫਸੇ ਹੋਣ ਦੇ ਚੱਲਦਿਆਂ ਹੁਣ ਪੁਰਾਣੀ ਵਿਵਸਥਾ ਨੂੰ ਸਹੀ ਮੰਨ ਰਹੇ ਨੇ।
ਉਧਰ ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੋੜ ਮਾਜਰਾ ਸ਼ੁੱਕਰਵਾਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਚੈਕਿੰਗ ਦੇ ਲਈ ਪੁੱਜੇ। ਇਸ ਦੌਰਾਨ ਉਹ ਸਕਿਨ ਵਾਰਡ ਦੇ ਵਿੱਚ ਚੈਕਿੰਗ ਦੇ ਲਈ ਗਏ। ਉੱਥੇ ਉਹਨਾਂ ਨੂੰ ਫਟੇ ਹੋਏ ਗੱਦੇ ਨੂੰ ਦੇਖ ਕੇ ਗੁੱਸਾ ਆ ਗਿਆ ਤੇ ਇਹ ਦੇਖ ਕੇ ਕਾਲਜ ਮੈਨੇਜਮੈਂਟ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਮੰਤਰੀ ਦਾ ਪਾਰਾ ਵੱਧ ਗਿਆ। ਉਹਨਾਂ ਨੇ ਉੱਥੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਨੂੰ ਫਟੇ ਗੱਦੇ ਵਾਲੇ ਗੰਦੇ ਬੈੱਡ ਤੇ ਲੇਟਣ ਦੇ ਲਈ ਕਹਿ ਦਿੱਤਾ। ਵੀਸੀ ਬੈੱਡ ਤੇ ਲੇਟ ਗਿਆ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਸਟੋਰ ਰੂਮ ਦਾ ਜਾਇਜ਼ਾ ਵੀ ਲਿਆ। ਸਿਹਤ ਮੰਤਰੀ ਜੋੜ ਮਾਜਰਾ ਨੂੰ ਕਿਸੇ ਮਹੀਨੇ ਸਿਹਤ ਮੰਤਰੀ ਬਣਾਇਆ ਗਿਆ ਸੀ। ਉਦੋਂ ਤੋਂ ਉਹ ਲਗਾਤਾਰ ਫੀਲਡ ਦੇ ਵਿੱਚ ਘੁੰਮ ਰਹੇ ਨੇ। ਸਵੇਰੇ ਉਹਨਾਂ ਨੇ ਬਠਿੰਡਾ ਦੇ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਜਾਂਚ ਦੇ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਹਸਪਤਾਲ ਪੁੱਜੇ। ਸਿਹਤ ਮੰਤਰੀ ਨੇ ਕਿਹਾ ਕਿ ਉਹ ਖੁਦ ਦੇਖਣਾ ਚਾਹੁੰਦੇ ਨੇ ਕਿ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ। ਇਸ ਲਈ ਅਧਿਕਾਰੀਆਂ ਦੀਆਂ ਕਾਗਜ਼ੀ ਰਿਪੋਰਟਾਂ ਤੇ ਨਿਰਭਰ ਨਹੀਂ ਹੋਣਗੇ। ਇਸ ਲਈ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਤੇ ਸਥਿਤੀ ਨੂੰ ਸੁਧਾਰਨਾ ਹੋਵੇਗਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਡਾਕਟਰ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਬਣਾਇਆ ਸੀ। ਹਾਲਾਂਕਿ ਉਹ 52 ਦਿਨਾਂ ਦੇ ਅੰਦਰ ਆਪਣੀ ਕੁਰਸੀ ਗਵਾ ਬੈਠੇ। ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਹੈ। ਫਿਰ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੀਐਮ ਮਾਨ ਨੇ ਦਾਅਵਾ ਕੀਤਾ ਕਿ ਸਿੰਗਲਾ ਨੇ ਸਿਹਤ ਵਿਭਾਗ ਦੇ ਹਰ ਕੰਮ ਦੇ ਵਿੱਚ 1% ਦੀ ਕਮਿਸ਼ਨ ਮੰਗਿਆ ਸੀ। ਉਧਰ ਬਰਨਾਲਾ ਪੀਆਰਟੀਸੀ ਡਿਪੂ ਦੇ ਮੋਗਾ ਨੂੰ ਜਾਣ ਵਾਲੀ ਬੱਸ ਚਾਲਕ ਤੇ ਕੰਡਕਟਰ ਦੀ ਹੋਈ ਮਾਰ ਕੁਟਾਈ ਦੇ ਮਾਮਲੇ ਵਿੱਚ ਬਰਨਾਲਾ ਬੱਸ ਅੱਡੇ ਦੇ ਅੱਗੇ ਬੱਸਾਂ ਖੜੀਆਂ ਕਰਕੇ ਕੁਝ ਸਮੇਂ ਦੇ ਲਈ ਬੱਸ ਅੱਡਾ ਬੰਦ ਕਰਨ ਤੋਂ ਬਾਅਦ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਵਿਉਂਤਬੰਦੀ ਉਲੀਕਦਿਆਂ ਰਵਾਨਾ ਹੋਏ ਬਰਨਾਲਾ ਡਿਪੂ ਦੇ ਮੁਲਾਜ਼ਮ ਪੀਆਰਟੀਸੀ ਦੇ ਧਰਨਾਕਾਰੀਆਂ ਨੇ ਕਿਹਾ ਕਿ ਜਿੰਨਾ ਸਮਾਂ ਪੰਜਾਬ ਪੁਲਿਸ ਧਾਰਾ ਦੇ ਵਿੱਚ ਵਾਧਾ ਨਹੀਂ ਕਰਦੀ ਇਹ ਧਰਨਾ ਜਾਰੀ ਰਹੇਗਾ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ 3 ਦਿਨ ਪਹਿਲਾਂ ਇਸੇ ਟੋਲ ਪਲਾਜ਼ੇ ਦੇ ਉੱਪਰ ਟੋਲ ਪਲਾਜ਼ਾ ਮੁਲਾਜ਼ਮ ਨੇ ਬਰਨਾਲਾ ਡਿਪੂ ਦੀ ਜਿਹੜੀ ਬੱਸ ਮੋਗਾ ਨੂੰ ਜਾ ਰਹੀ ਸੀ ਉਸ ਦੀ ਟੋਲ ਪਲਾਜ਼ਾ ਪਰਚੀ ਕੱਟਣ ਦੇ ਮਾਮਲੇ ਨੂੰ ਲੈ ਕੇ ਹੱਥੋਂ-ਪਾਈ ਵੀ ਨਹੀਂ ਹੋਈ, ਸਗੋਂ ਕੰਡਕਟਰ ਨੂੰ ਭਜਾ ਕੇ ਕੁੱਟਣ ਦੇ ਕਾਰਨ ਜ਼ਖਮੀ ਹੋ ਗਏ ਨੇ, ਜਿਸ ਦਾ ਇਲਾਜ ਬਰਨਾਲਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਧਰਨਾਕਾਰੀਆਂ ਨੇ ਪੁਲਿਸ ਵੱਲੋਂ 307 ਤੇ 353 ਧਾਰਾ ਦੇ ਵਿੱਚ ਵਾਧਾ ਕੀਤੇ ਜਾਏ ਦੀ ਮੰਗ ਰੱਖੀ ਹੈ। ਉਧਰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਵਿੱਚ ਸ਼ਪਾ ਗਿੰਜ਼ਾ T20 ਕ੍ਰਿਕਟ ਲੀਗ ਦੇ ਦੌਰਾਨ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਤੋਂ ਬਾਅਦ ਸਾਰੇ ਖਿਡਾਰੀਆਂ ਨੂੰ ਬੰਕਰ ਦੇ ਅੰਦਰ ਲਿਜਾਇਆ ਗਿਆ। ਲਾਈਵ ਮੈਚ ਦੇ ਦੌਰਾਨ ਧਮਾਕੇ ਦੇ ਕਾਰਨ ਸਟੇਡੀਅਮ ਦੇ ਵਿੱਚ ਮੌਜੂਦ ਦਰਸ਼ਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਾਬੁਲ ਪੁਲਿਸ ਹੈੱਡਕੁਆਰਟਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਇਸ ਘਟਨਾ ਦੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਧਮਾਕਾ ਉਸ ਸਮੇਂ ਹੋਇਆ ਜਦੋਂ ਬੈਡੇ ਅਮੀਰ ਡਰੈਗਨਸ ਤੇ ਪਾਮੀਰ ਜ਼ਾਲਮੀ ਵਿਚਾਲੇ ਮੈਚ ਚੱਲ ਰਿਹਾ ਸੀ। ਵੱਡੀ ਗੱਲ ਇਹ ਹੈ ਕਿ ਜਦੋਂ ਹਮਲਾ ਹੋਇਆ ਤਾਂ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਸਟੇਡੀਅਮ ਦੇ ਵਿੱਚ ਮੌਜੂਦ ਸਨ। ਤੁਹਾਨੂੰ ਦੱਸ ਦਈਏ ਕਿ ਸ਼ਪਾ ਗਿੰਜ਼ਾ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ ਦੀ ਤਰ੍ਹਾਂ ਇੱਕ ਪੇਸ਼ੇਵਰ T20 ਲੀਗ ਹੈ ਜਿਸ ਦੀ ਸਥਾਪਨਾ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਦੁਆਰਾ 2013 ਦੇ ਵਿੱਚ ਕੀਤੀ ਗਈ ਸੀ। ਇਹ ਧਮਾਕਾ ਕਾਬੁਲ ਦੇ ਗੁਰਦੁਆਰਾ ਕਾਰਤੇ ਪਰਵਾਨ ਦੇ ਗੇਟ ਦੇ ਨੇੜੇ ਹੋਏ ਧਮਾਕੇ ਤੇ 2 ਦਿਨ ਬਾਅਦ ਹੋਇਆ ਸੀ। ਇਸ ਘਟਨਾ ਦੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਤੁਹਾਨੂੰ ਦੱਸ ਦਈਏ ਕਿ ਜੂਨ ਦੇ ਵਿੱਚ ਕਾਬੁਲ ਦੇ ਗੁਰਦੁਆਰਾ ਕਾਰਤੇ ਪਰਵਾਨ ਦੇ ਗੁਰਦੁਆਰੇ ਦੇ ਵਿੱਚ ਕਈ ਧਮਾਕੇ ਹੋਏ। ਇਸਲਾਮਿਕ ਸਟੇਟ ਨੇ ਗੁਰਦੁਆਰੇ ਤੇ ਹੋਏ ਆਤੰਕਵਾਦੀ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਹੈ। ਇਸ ਧਮਾਕੇ ਦੇ ਵਿੱਚ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਸਮੇਤ 2 ਲੋਕ ਮਾਰੇ ਗਏ। ਉਧਰ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਖੋਲ੍ਹੇ ਜਾ ਰਹੇ 117 ਮੁਹੱਲਾ ਕਲੀਨਿਕਾਂ ਦੇ ਵਿੱਚ ਨੌਕਰੀ ਦੀ ਭਾਲ ਕਰਨ ਵਾਲਿਆਂ ਦੀ ਕਾਫੀ ਦੌੜ ਲੱਗ ਗਈ ਹੈ। ਪੰਜਾਬ ਦੇ ਵਿੱਚ 117 ਮੁਹੱਲਾ ਕਲੀਨਿਕਾਂ ਦੇ ਲਈ 2100 ਤੋਂ ਵੱਧ MBBS ਡਾਕਟਰਾਂ ਨੇ ਅਪਲਾਈ ਕੀਤਾ, ਜਦਕਿ ਅੰਮ੍ਰਿਤਸਰ ਦੇ 15 ਮੁਹੱਲਾ ਕਲੀਨਿਕਾਂ ਦੇ ਲਈ 220 ਡਾਕਟਰਾਂ ਨੇ ਅਪਲਾਈ ਕੀਤਾ। ਸਿਹਤ ਵਿਭਾਗ ਦੇ ਵੱਲੋਂ ਅੱਜ ਜ਼ਿਲ੍ਹੇ ਦੇ 107 ਡਾਕਟਰਾਂ ਦੀ ਇੰਟਰਵਿਊ ਲਈ ਗਈ ਹੈ ਤੇ ਵਿਭਾਗ ਵੱਲੋਂ ਹੋਣਹਾਰ ਡਾਕਟਰਾਂ ਨੂੰ ਕਲੀਨਿਕਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਸਿਹਤ ਸਰਜਨ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਆਮ ਲੋਕਾਂ ਦੀ ਸਹੂਲਤ ਦੇ ਲਈ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਨੇ। ਇਹਨਾਂ ਕਲੀਨਿਕਾਂ ਦੇ ਵਿੱਚ ਖੰਘ, ਜ਼ੁਕਾਮ, ਬੁਖਾਰ ਤੇ ਬਿਮਾਰੀਆਂ ਦਾ ਮੁਫਤ ਇਲਾਜ ਵੀ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਗੰਭੀਰ ਹਾਲਤ ਵਿੱਚ ਪਾਇਆ ਜਾਂਦਾ ਤਾਂ ਉਸ ਨੂੰ ਵਿਭਾਗ ਦੇ ਉੱਚ ਪੱਧਰੀ ਹਸਪਤਾਲ ਦੇ ਵਿੱਚ ਭੇਜਿਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਕਰੀਬ 220 ਡਾਕਟਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਦੇ ਵਿੱਚੋਂ 107 ਨੂੰ ਚੁਣਿਆ ਗਿਆ। ਇਹਨਾਂ ਡਾਕਟਰਾਂ ਦੀ ਇੰਟਰਵਿਊ ਹੋਈ ਹੈ ਤੇ ਸਰਕਾਰ ਦੇ ਵੱਲੋਂ ਮੈਰਿਟ ਦੇ ਆਧਾਰ ਤੇ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਪ੍ਰਤੀ ਡਾਕਟਰ ਨੂੰ 50 ਮਰੀਜ਼ਾਂ ਦੇ ਹਿਸਾਬ ਦੇ ਨਾਲ ਪ੍ਰਤੀ ਦਿਨ 50 ਰੁਪਏ ਦਿੱਤੇ ਜਾਣ। ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸਰਕਾਰੀ OPD ਦੇ ਸਮੇਂ ਦੌਰਾਨ ਉਹ ਕਲੀਨਿਕ ਦੇ ਵਿੱਚ ਮੌਜੂਦ ਰਹਿਣਗੇ। ਸਿਵਲ ਸਰਜਨ ਨੇ ਵੀ ਕਿਹਾ ਹੈ ਕਿ ਜਿੱਥੇ ਆਪ ਮਰੀਜ਼ਾਂ ਨੂੰ ਇਸ ਕਲੀਨਿਕ ਦਾ ਕਾਫੀ ਫਾਇਦਾ ਹੋਵੇਗਾ, ਉੱਥੇ ਹੀ ਵੱਡੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦਾ ਕੰਮ ਦਾ ਬੋਝ ਵੀ ਘੱਟ ਹੋਵੇਗਾ। ਵੱਡੇ ਹਸਪਤਾਲਾਂ ਦੇ ਵਿੱਚ ਹੁਣ ਸਿਰਫ ਉਹੀ ਮਰੀਜ਼ ਆਉਣਗੇ ਜੋ ਕਿਸੇ ਵੱਡੀ ਬਿਮਾਰੀ ਤੋਂ ਪੀੜਿਤ ਹੋਣਗੇ ਜਾਂ ਫਿਰ ਜਿਨ੍ਹਾਂ ਦੇ ਆਪਰੇਸ਼ਨ ਹੋਏ ਹੋਣਗੇ। ਕਲੀਨਿਕ ਖੋਲ੍ਹਣ ਦੇ ਨਾਲ ਵੱਡੇ ਹਸਪਤਾਲਾਂ ਦੇ ਕੰਮ ਦੇ ਵਿੱਚ ਬਹੁਤ ਸੁਧਾਰ ਹੋਵੇਗਾ। ਸਿਵਲ ਸਰਜਨ ਨੇ ਦੱਸਿਆ ਹੈ ਕਿ ਸਰਕਾਰ ਦੇ ਵੱਲੋਂ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਕਲੀਨਿਕ ਦੇ ਵਿੱਚ ਫਾਰਮਾਸਿਸਟ ਸਟਾਫ, ਨਰਸ ਸਮੇਤ ਹੋਰ ਸਟਾਫ ਤਾਇਨਾਤ ਕੀਤਾ ਜਾਵੇਗਾ। ਕਲੀਨਿਕ ਦੇ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੇਰਕਾ, ਰਣਜੀਤ ਐਵੀਨਿਊ, ਮੁਸਲਿਮਗੰਜ, ਈਸਟ ਮੋਹਨ ਨਗਰ, ਕੋਟ ਬਾਬਾ ਦੀਪ ਸਿੰਘ ਪਾਰਕ, ਜੋੜ ਫਾਟਕ, ਭਗਤਾਵਾਲਾ, ਪਿੰਕ ਪਲਾਜ਼ਾ, ਕਬੀਰ ਪਾਰਕ, ਸੁਲਤਾਨ ਵਿੰਡ, ਗੋਪਾਲ ਨਗਰ, ਜੰਡਿਆਲਾ, ਗੁਰੂ ਵਿਖੇ 15 ਅਗਸਤ ਨੂੰ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਨੇ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ ਤੱਕ ਇਹਨਾਂ ਕਲੀਨਿਕਾਂ ਦੇ ਵਿੱਚ ਆਪਣਾ ਇਲਾਜ ਮੁਫਤ ਕਰਵਾ ਸਕਦੇ ਨੇ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪਹੁੰਚਣਗੇ। ਕਈ ਸੂਬਿਆਂ ਦੇ ਮੁੱਖ ਮੰਤਰੀ, ਰਾਜਪਾਲ, DGP ਤੇ ਹੋਰ ਅਧਿਕਾਰੀ ਵੀ ਸ਼ਹਿਰ ਦੇ ਵਿੱਚ ਮੌਜੂਦ ਰਹਿਣਗੇ। ਗ੍ਰਹਿ ਮੰਤਰੀ ਦੀ ਆਉਣ ਦੀਆਂ ਤਿਆਰੀਆਂ ਨੂੰ ਲੈ ਕੇ ਪੂਰਾ ਦਿਨ ਪ੍ਰਸ਼ਾਸਨ ਜੁਟਿਆ ਰਿਹਾ। ਸ਼ਾਹ 10 ਵਜੇ ਚੰਡੀਗੜ੍ਹ 에ਅਰਪੋਰਟ ਤੇ ਪਹੁੰਚਣਗੇ। ਉਸ ਤੋਂ ਬਾਅਦ ਉਹ ਸਿੱਧੇ ਪੰਜਾਬ ਰਾਜ ਭਵਨ ਜਾਣਗੇ। ਰਾਜ ਭਵਨ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਡਰੱਗ ਟ੍ਰੈਫਿਕਿੰਗ ਐਂਡ ਨੈਸ਼ਨਲ ਸਿਕਿਉਰਿਟੀ ਤੇ 2 ਦਿਨ ਰਾਸ਼ਟਰੀ ਸੈਮੀਨਾਰ ਦੇ ਨਾਲ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਾਹ ਕਰਨਗੇ। ਇਸ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਦੇ ਮੁੱਖ ਮੰਤਰੀ, ਜੰਮੂ ਕਸ਼ਮੀਰ ਦੇ LG ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਤੋਂ ਇਲਾਵਾ ਇਹਨਾਂ ਸੂਬੇ ਦੇ ਰਾਜਪਾਲ, DGP ਤੇ ਹੋਰ ਅਧਿਕਾਰੀ ਵੀ ਹਾਜ਼ਰ ਰਹਿਣਗੇ।
ਰਹਿਣਗੇ। ਪ੍ਰੋਗਰਾਮ ਦੇ ਦੌਰਾਨ ਨਾਰਕੋ ਤਾਲਮੇਲ ਕੇਂਦਰ ਦੇ ਪੋਰਟਲ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਪ੍ਰੋਗਰਾਮ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਤੇ ਮੁੱਖ ਮੰਤਰੀ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਆਪਣਾ ਭਾਸ਼ਣ ਦੇਣਗੇ। ਪ੍ਰੋਗਰਾਮ ਦੇ ਦੌਰਾਨ ਨਸ਼ੇ ਤੋਂ ਆਜ਼ਾਦੀ ਪੰਦਰਵਾੜੇ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਸੂਬਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਡਰੱਗ ਤਸਕਰੀ ਤੇ ਲਗਾਮ ਲਗਾਉਣ ਦੇ ਵਿੱਚ ਉਪਲਬਧੀ ਹਾਸਲ ਕੀਤੀ ਹੈ। ਸ਼ਾਮ ਲਗਭਗ 4:30 ਵਜੇ ਮੌਲੀ ਜਾਗਰਾ ਦੇ ਸਕੂਲ ਪਹੁੰਚਣਗੇ। ਉੱਥੋਂ ਉਹ ਮੌਲਿਕ ਜਾਗਰਾ, ਕਿਸ਼ਨਗੜ੍ਹ ਤੇ ਸੈਕਟਰ 12 ਦੇ ਵਿੱਚ ਬਣੇ ਸਰਕਾਰੀ ਸਕੂਲ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਇਲਾਵਾ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਤੇ ਜੁਡੀਸ਼ੀਅਲ ਅਕੈਡਮੀ ਦੇ ਵਿੱਚ ਖਾਲੀ ਪਈ ਥਾਂ ਤੇ ਮਲਟੀ ਲੈਵਲ ਪਾਰਕਿੰਗ ਬਣਾਉਣ ਦੇ ਲਈ ਨੀਂਹ ਪੱਥਰ ਰੱਖਣਗੇ। ਗ੍ਰਹਿ ਮੰਤਰੀ ਸ਼ਾਹ ਦੇ ਪ੍ਰੋਗਰਾਮ ਦੇ ਕਾਰਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਸੁਖਨਾ ਲੇਕ ਆਮ ਲੋਕਾਂ ਦੇ ਲਈ ਬੰਦ ਰਹੇਗੀ ਤੇ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਉਧਰ ਭਾਰਤੀ ਹਵਾਈ ਫੌਜ ਨੇ ਆਪਣੇ ਬੇੜੇ ਦੇ ਵਿੱਚ ਬਾਕੀ ਰਹਿੰਦੇ 4 MiG-21 ਲੜਾਕੂ ਸਕੁਐਡਰਨ ਨੂੰ ਪੜਾਅਵਾਰ ਹਟਾਉਣ ਦੇ ਲਈ ਅਗਲੇ 3 ਸਾਲਾਂ ਦੀ ਸਮਾਂ ਹੱਦ ਤੈਅ ਕੀਤੀ ਹੈ। ਇਸ ਗਤੀਵਿਧੀ ਦੇ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹਨਾਂ ਦੇ ਵਿੱਚੋਂ ਇੱਕ ਸਕੁਐਡਰਨ ਨੂੰ ਇਸ ਸਾਲ ਸਤੰਬਰ ਦੇ ਵਿੱਚ ਵਾਪਸ ਲੈਣ ਦੀ ਉਮੀਦ ਹੈ। ਹਵਾਈ ਫੌਜ ਅਗਲੇ 5 ਸਾਲਾਂ ਦੇ ਵਿੱਚ MiG-29 ਲੜਾਕੂ ਜਹਾਜ਼ਾਂ ਦੇ 3 ਸਕੁਐਡਰਨ ਨੂੰ ਪੜਾਅਵਾਰ ਤਰੀਕੇ ਦੇ ਨਾਲ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸੋਵੀਅਤ ਮੂਲ ਦੇ ਜਹਾਜ਼ਾਂ ਦੇ ਬੇੜੇ ਨੂੰ ਪੜਾਅਵਾਰ ਬਾਹਰ ਕਰਨ ਦੀ ਯੋਜਨਾ ਭਾਰਤੀ ਹਵਾਈ ਫੌਜ ਦੇ ਆਧੁਨਿਕੀਕਰਨ ਦੀ ਮੁਹਿੰਮ ਦਾ ਹਿੱਸਾ ਹੈ ਤੇ ਇਸ ਕਦਮ ਦਾ ਬੀਤੀ ਰਾਤ ਰਾਜਸਥਾਨ ਦੇ ਬਾੜਮੇਰ ਦੇ ਵਿੱਚ MiG-21 ਦੇ ਹਾਦਸੇ ਦੇ ਨਾਲ ਕੋਈ ਸੰਬੰਧ ਨਹੀਂ ਹੈ। ਜਹਾਜ਼ ਵਿੱਚ ਸਵਾਰ ਵਿੰਗ ਕਮਾਂਡਰ ਐਮ ਰਾਣਾ ਤੇ ਫਲਾਈਟ ਲੈਫਟੀਨੈਂਟ ਅਦਿੱਤਿਆ ਬਲ ਦੀ ਇਸ ਹਾਦਸੇ ਦੀ ਜਾਂਚ ਚਲੀ ਗਈ। ਇਸ ਘਟਨਾ ਤੋਂ ਬਾਅਦ ਪੁਰਾਣੇ ਹੋ ਚੁੱਕੇ ਮਿਗ ਜਹਾਜ਼ ਇੱਕ ਵਾਰ ਮੁੜ ਚਰਚਾ ਦੇ ਵਿੱਚ ਨੇ। ਘਟਨਾਕ੍ਰਮ ਦੇ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ 2025 ਤੱਕ MiG-21 ਦੇ 4 ਸਕੁਐਡਰਨ ਨੂੰ ਬੇੜੇ ਤੋਂ ਹਟਾਉਣ ਦੀ ਯੋਜਨਾ ਹੈ। ਸ਼੍ਰੀਨਗਰ ਸਥਿਤ ਸਕੁਐਡਰਨ ਨੰਬਰ 51 ਦੇ ਲਈ 30 ਸਤੰਬਰ ਦੀ ਨੰਬਰ ਪਲੇਟ ਤਿਆਰ ਹੋਵੇਗੀ। ਨੰਬਰ ਪਲੇਟ ਦਾ ਸੰਦਰਭ ਇੱਕ ਸਕੁਐਡਰਨ ਨੂੰ ਹਟਾਏ ਜਾਣ ਦਾ ਹੁੰਦਾ ਹੈ। ਇੱਕ ਸਕੁਐਡਰਨ ਦੇ ਵਿੱਚ ਆਮ ਤੌਰ ਤੇ 17 ਤੋਂ 20 ਜਹਾਜ਼ ਹੁੰਦੇ ਨੇ। ਇਸ ਸਕੁਐਡਰਨ ਨੂੰ ਸੌਰ ਆਰਮਸ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। 1999 ਦੇ ਕਾਰਗਿਲ ਯੁੱਧ ਦੌਰਾਨ ਆਪਰੇਸ਼ਨ ਸਫੇਦ ਸਾਗਰ ਤੋਂ ਇਲਾਵਾ ਭਾਰਤ ਵੱਲੋਂ ਕੀਤੇ ਗਏ ਬਾਲਾਕੋਟ ਹਵਾਈ ਹਮਲੇ ਦੇ ਇੱਕ ਦਿਨ ਬਾਅਦ ਪਾਕਿਸਤਾਨ ਦੇ ਵੱਲੋਂ 27 ਫਰਵਰੀ 2019 ਨੂੰ ਕੀਤੀ ਗਈ ਜਵਾਬੀ ਕਾਰਵਾਈ ਖਿਲਾਫ ਮੁਹਿੰਮ ਦੇ ਵਿੱਚ ਹੋਈ ਸ਼ਾਮਲ ਸੀ। ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਸਕੁਐਡਰਨ ਨੰਬਰ 51 ਤੋਂ ਹੀ ਸਨ ਅਤੇ ਉਹਨਾਂ ਨੇ ਹਵਾਈ ਝੜਪ ਦੇ ਦੌਰਾਨ ਦੁਸ਼ਮਣ ਦੇ ਇੱਕ ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ ਸੀ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਦੇ ਲਈ ਉਹਨਾਂ ਨੂੰ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਸੀ। ਅਭਿਨੰਦਨ ਹੁਣ ਗਰੁੱਪ ਕੈਪਟਨ ਨੇ। ਭਾਰਤੀ ਹਵਾਈ ਸੈਨਾ ਦੇ ਬੇੜੇ ਦੇ ਵਿੱਚ ਇਸ ਸਮੇਂ ਲਗਭਗ 70 MiG-21 ਲੜਾਕੂ ਜਹਾਜ਼, 50 MiG-29 ਜਹਾਜ਼ ਹਨ। MiG-21 ਲੰਬੇ ਸਮੇਂ ਤੋਂ ਭਾਰਤੀ ਹਵਾਈ ਸੈਨਾ ਦਾ ਮੁੱਖ ਲੜਾਕੂ ਜਹਾਜ਼ ਰਿਹਾ। ਹਾਲਾਂਕਿ ਜਹਾਜ਼ ਦਾ ਹਾਲ ਹੀ ਦੇ ਵਿੱਚ ਸੁਰੱਖਿਆ ਰਿਕਾਰਡ ਬਹੁਤ ਮਾੜਾ ਰਿਹਾ। ਮਿਗ ਜਹਾਜ਼ 1963 ਤੋਂ ਹਵਾਈ ਸੈਨਾ ਦੇ ਬੇੜੇ ਦੇ ਵਿੱਚ ਨੇ। ਉਧਰ ਕੇਂਦਰੀ ਸੂਚਨਾ ਕਮਿਸ਼ਨ ਨੇ ਵਿਵਸਥਾ ਦਿੱਤੀ ਹੈ ਕਿ 2 ਸਾਲ ਪਹਿਲਾਂ ਲਦਾਖ ਦੀ ਗਲਵਾਨ ਘਾਟੀ ਦੇ ਵਿੱਚ ਭਾਰਤੀ ਫੌਜ ਦੇ ਨਾਲ ਝੜਪ ਦੇ ਵਿੱਚ ਚੀਨੀ ਫੌਜੀਆਂ ਦੇ ਮਰਨ ਬਾਰੇ ਜਾਣਕਾਰੀ ਜਨਤਕ ਨਹੀਂ ਕਰਨ ਦਾ ਫੈਸਲਾ ਸਹੀ ਹੈ। ਸੂਚਨਾ ਦੇ ਅਧਿਕਾਰ ਦੇ ਤਹਿਤ ਚੋਟੀ ਦੀ ਅਪੀਲ ਅਥਾਰਟੀ CIC ਨੇ ਨਵੇਂ ਫੈਸਲੇ ਦੇ ਵਿੱਚ ਉਸ ਨੂੰ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ 15-16 ਜੂਨ 2020 ਦੀ ਦਰਮਿਆਨੀ ਰਾਤ ਦੇਸ਼ ਦੇ ਬਹਾਦਰ ਫੌਜੀਆਂ ਦੇ ਨਾਲ ਹੋਈ ਝੜਪ ਦੇ ਦੌਰਾਨ ਚੀਨੀ ਫੌਜੀਆਂ ਦੇ ਮਰਨ ਵਾਲਿਆਂ ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। RTI ਬਿਨੇਕਾਰ ਖੰਡ ਨੇ ਲਦਾਖ ਦੀ ਗਲਵਾਨ ਨਦੀ ਘਾਟੀ ਦੇ ਵਿੱਚ LAC ਤੇ ਹੋਈ ਝੜਪ ਦੇ ਦੌਰਾਨ ਭਾਰਤੀ ਫੋਰਸਾਂ, ਸ਼ਹੀਦਾਂ, ਪੀੜਤਾਂ ਦੇ ਮੁੜ ਵਸੇਵੇ ਅਤੇ ਉਹਨਾਂ ਨੂੰ ਦਿੱਤੀ ਗਈ ਮੁਆਵਜ਼ੇ ਦੀ ਰਕਮ ਦੀ ਵੀ ਜਾਣਕਾਰੀ ਮੰਗੀ ਸੀ। ਇਸ ਦੇ ਨਾਲ ਹੀ RTI ਬਿਨੇਕਾਰ ਨੇ ਫੌਜ ਤੋਂ ਜਾਣਨਾ ਚਾਹਿਆ ਹੈ ਕਿ ਗਲਵਾਨ ਨਦੀ ਘਾਟੀ ਵਿੱਚ ਝੜਪ ਤੋਂ ਬਾਅਦ ਤੋਂ ਭਾਰਤੀ ਫੌਜੀ ਲਾਪਤਾ ਨੇ ਅਤੇ ਉਹਨਾਂ ਨੂੰ ਛੁਡਾਉਣ ਦੀ ਯੋਜਨਾ ਕੀ ਹੈ। ਫੌਜ ਨੇ ਇਹ ਕਹਿੰਦੇ ਹੋਏ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ ਸੀ ਕਿ ਤੀਸਰੇ ਪੱਖ ਦੇ ਨਾਲ ਜੁੜੀ ਜਾਣਕਾਰੀ ਹੈ ਅਤੇ RTI ਕਾਨੂੰਨ ਦੀ ਧਾਰਾ 8(1)I ਦੇ ਤਹਿਤ ਇਸ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ। ਸੂਚਨਾ ਕਮਿਸ਼ਨਰ ਵਨਰਾਜ N ਸਰਨਾ ਨੇ ਕਿਹਾ ਹੈ ਕਿ ਇਹ ਰੇਖਾਬੱਧ ਕੀਤਾ ਗਿਆ ਹੈ ਕਿ ਉਚਿਤ ਜਵਾਬ ਬਿਨੇਕਾਰ ਨੂੰ ਦਿੱਤਾ ਗਿਆ, ਜਦਕਿ ਇਹ ਸਹੀ ਕਿਹਾ ਗਿਆ ਹੈ ਕਿ ਸੂਚਨਾ ਤੀਸਰੇ ਪੱਖ ਦੇ ਨਾਲ ਸੰਬੰਧਿਤ ਹੈ। ਇਸ ਲਈ ਸੰਬੰਧਿਤ ਸੂਚਨਾ RTI ਕਾਨੂੰਨ ਦੀ ਧਾਰਾ 8(1)I ਦੇ ਤਹਿਤ ਨਹੀਂ ਦਿੱਤੀ ਜਾ ਸਕਦੀ। ਇਸ ਦੇ ਨਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੇ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।